ਸਤਿ ਸ੍ਰੀ ਅਕਾਲ ਜੀ। ਤੁਹਾਡਾ ਸਵਾਗਤ ਹੈ ਜੀ ਤੁਹਾਡੇ ਆਪਣੇ ਚੈਨਲ ਸੱਤ ਕਰਤਾਰ ਤੇ ਆਓ ਅੱਜ ਆਪਾਂ ਸੁਣਦੇ ਹਾਂ ਲੇਖਕ ਜਸਵੰਤ ਸਿੰਘ ਕੰਵਲ ਜੀ ਦਾ ਲਿਖਿਆ ਹੋਇਆ ਨਾਵਲ ਲਹੂ ਦੀ ਲੋਅ ਭਾਗ 41 ਈਮਾਨ ਛੱਡ ਜਾਂ ਸੂਲੀ ਚੜ੍ਹ। ਪੁਲਿਸ ਦੀ ਜੀਪ ਅਤੇ ਟਰੱਕ ਗਿਣੇ ਮਿੱਥੇ ਪ੍ਰੋਗਰਾਮ ਅਨੁਸਾਰ ਪਿੰਡੋਂ 1 ਮੀਲ ਉੱਤੇ ਹੀ ਰੁਕ ਗਏ। ਸਿਆਲ ਦਾ ਠੱਕਾ ਧੱਕੇ ਮਾਰਿਆ ਸੀ। ਬਿਜਲੀ ਚਾਨਣ ਕਰ ਧਰਤੀ ਦੀ ਨਿੱਕੀ ਮੋਟੀ ਸ਼ੈ ਟੋ ਰਹੀ ਸੀ। ਸਿਪਾਹੀ ਪੱਠੇ ਦੇ ਲੱਦੇ ਗਧਿਆਂ ਵਾਂਗ ਸਹਿਜ ਸਹਿਜ ਪੈਰ ਚੁੱਕ ਰਹੇ ਸਨ। ਉਹਨਾਂ ਨੂੰ ਕਰੜੀ ਹਦਾਇਤ ਸੀ, ਬੂਟਾਂ ਦੀਆਂ ਅੱਡੀਆਂ ਇੱਕ ਦੂਜੇ ਨਾਲ ਰਗੜ ਨਾ ਖਾਣ। ਕਾਲੀ ਰਾਤ ਦੋ ਪੈਰਾਂ ਵਿੱਚ ਵੰਡੇ ਸ਼ੋਕ ਰਹੀ ਸੀ। ਪੁਲਿਸ ਵਾਲਿਆਂ ਵੇਖਿਆ ਟਾਰਚ ਦਾ ਚਾਨਣ 2 ਵਾਰ ਹੋ ਕੇ ਬੁਝ ਗਿਆ ਹੈ। 2 ਵਾਰ ਜਗੀ ਲਾਈਟ ਦਾ ਸੰਕੇਤ ਸੀ, ਬਿਨਾਂ ਪੈ ਚਲੇ ਆਓ। ਤੁਸੀਂ 2 ਜਵਾਨ ਟਾਰਚ ਵਾਲੇ ਨੂੰ ਅੱਗੇ ਹੋ ਕੇ ਮਿਲੋ। ਡੀਐਸਪੀ ਨੇ ਸਿਪਾਹੀਆਂ ਨੂੰ ਹੁਕਮ ਦਿੱਤਾ। ਉਸ ਮੱਗਰ ਉੱਤੇ ਇਤਬਾਰ ਨਾ ਕੀਤਾ। ਉਸ ਨੂੰ ਤੌਖਲਾ ਸੀ, ਹੋ ਸਕਦਾ ਏ ਸਾਡੀ ਥਾਂ ਉਹ ਗੁਲਵੰਤ ਹੋਰਾਂ ਦਾ ਬਣ ਕੇ ਬਹਿ ਜਾਵੇ। ਇੱਕ ਵਾਰ ਤਿਲਕਿਆ ਆਦਮੀ ਹੋਰ ਕਿਤੇ ਵੀ ਡਿੱਗ ਸਕਦਾ ਹੈ। ਸਾਰੀ ਪੋਜੀਸ਼ਨਾਂ ਲੈ ਲਓ। ਸਾਰੀ ਫੋਰਸ ਰੇਤਲੀ ਪੜੀ ਦੀ ਆੜ ਵਿੱਚ ਲੰਮੀ ਪੈ ਗਈ। ਬਰਾੜ ਸਾਹਿਬ ਤੇ ਥਾਣੇਦਾਰ ਲਾਲ ਸਿੰਘ ਲਗਾਤਾਰ ਧੜਕਦੇ ਤਰਬਕ ਜਾਂਦੇ ਸਨ। 5 ਕੁ ਮਿੰਟਾਂ ਪਿੱਛੋਂ ਐਡਵਾਂਸ ਪਾਰਟੀ ਮੱਗਰ ਸਮੇਤ ਵਾਪਸ ਆ ਗਈ। ਸਰ, ਸਭ ਠੀਕ ਹੈ, ਕੁਰਾੜੇ ਮਾਰ ਰਹੇ ਹਾਂ। ਮੱਗਰ ਨੇ ਆਉਣ ਸਾਰ ਦੱਸਿਆ। ਉਹਦੇ ਬੋਲਾਂ ਵਿੱਚ ਭੈ ਕੰਬ ਰਿਹਾ ਸੀ। ਰੀਅਲੀ? ਡੀਐਸਪੀ ਨੇ ਅਸਮਾਨੋਂ ਡਿੱਗੇ ਸਿਆਰੇ ਵਾਂਗ ਅਸਚਰਜ ਪ੍ਰਗਟਾਇਆ। ਸ਼ਾਬਾਸ਼ ਬੱਚੋ, ਤੇਰੀਆਂ ਪੰਜੇ ਘਿਓ ਵਿੱਚ। ਉਹ ਸਾਰੇ ਆਪਣੇ ਫਰਜ਼ਾਂ ਲਈ ਚੇਤੰਨ ਤੇ ਖਬਰਦਾਰ ਸਨ, ਪਰ ਨਿਧੜਕ ਤੁਰਨੋਂ ਝਿਜਕਦੇ ਸਨ। ਜਿਵੇਂ ਬਿੱਲੀ ਚੂਹੇ ਨੂੰ ਫੜਨ ਵੇਲੇ ਪੰਜਿਆਂ ਉੱਤੇ ਮਸਾਂ ਭਾਰ ਪਾਉਂਦੀ ਏ, ਬਿਲਕੁਲ ਉਸੇ ਤਰ੍ਹਾਂ ਹੀ ਸ਼ੈ ਲਾਈ ਉਹ ਵਧੇ ਜਾ ਰਹੇ ਸਨ। ਮੱਗਰ ਸਿੰਘ, ਡੀਐਸਪੀ ਨੇ ਨਾਲ ਜਾ ਰਹੇ ਮੁੰਡੇ ਦੇ ਕੰਨ ਵਿੱਚ ਕਿਹਾ, ਵੇਖ, ਬੰਦੇ ਦਾ ਕੀ ਵਸਾ ਏ। ਸੁੱਤਾ ਕਦੇ ਵੀ ਜਾਗ ਸਕਦਾ ਏ। ਤੇ ਅਗਾਂਹ ਉਹਨਾਂ ਕੋਲ 303 ਦੀਆਂ 3 ਰਾਈਫਲਾਂ ਏ। ਉਹ ਨਾ ਹੋਵੇ ਸਿੱਧੀ ਟੱਕਰ ਵਿੱਚ ਜਵਾਨ ਹੀ ਨੁਕਸਾਨੇ ਜਾਣ। ਅਸੀਂ ਘਰੋਂ ਬਾਹਰ ਖਲੋਵਾਂਗੇ, ਤੂੰ ਉਹਨਾਂ ਦੇ ਹਥਿਆਰ ਸਾਨੂੰ ਲਿਆ ਕੇ ਫੜਾ ਦੇ। ਸਰ, ਮੁੰਡਾ ਇੱਕਦਮ ਘਬਰਾ ਗਿਆ। ਜੇ ਰਾਈਫਲਾਂ ਚੁੱਕਦਿਆਂ ਉਹ ਜਾਗ ਪਈ। ਕੋਈ ਨਹੀਂ ਸਰਦਾਰ ਸਾਹਿਬ, ਚੱਲਣ ਦਿਓ। ਲਾਲ ਸਿੰਘ ਨੇ ਜਿਗਰੇ ਨਾਲ ਆਖਿਆ, ਅਸੀਂ ਸੁੱਤਿਆਂ ਨੂੰ ਹੀ ਜਾ ਦਬਾਂਗੇ। ਉਹ ਧਰਮੇ ਹੋਰਾਂ ਨੂੰ ਫੜ ਕੇ ਹੌਸਲੇ ਵਿੱਚ ਆ ਚੁੱਕਾ ਸੀ। ਨਹੀਂ ਲਾਲ ਸਿੰਘ, ਇਹ ਮੂਰਖਤਾ ਹੈ। ਉਹ ਸਾਡੇ ਲਹੂ ਦੇ ਤਿਹਾਏ ਹੈ। ਮੈਂ ਇਸ ਤਰ੍ਹਾਂ ਨਹੀਂ ਹੋਣ ਦਿਆਂਗਾ। ਡੀਐਸਪੀ ਬਰਾੜ ਬਘਿਆੜ ਤੋਂ ਗਿੱਦੜ ਹੋਇਆ ਪਿਆ ਸੀ। ਤੂੰ ਮੱਗਰ ਬੱਚੂ, ਉਹਨਾਂ ਦੇ ਹਥਿਆਰ ਕਾਬੂ ਕਰ। ਮੱਗਰ ਅੰਦਰ ਜਾਣਾ ਨਹੀਂ ਚਾਹੁੰਦਾ ਸੀ। ਬਾਰ-ਬਾਰ ਜਾਣ ਨਾਲ ਸ਼ੱਕ ਪੈਣੇ ਕੁਦਰਤੀ ਸੀ, ਪਰ ਹੁਣ ਉਹ ਅਸਲ ਟਿਕਾਣਿਓਂ ਇੱਕ ਵਾਰ ਤਿਲਕ ਚੁੱਕਾ ਸੀ ਤੇ ਦੂਜੀ ਵਾਰ ਮਜਬੂਰੀ ਦੇ ਮੂੰਹ ਅੱਖ ਚੱਬਣ ਵਾਸਤੇ ਮੁੜ ਤਿਆਰ ਹੋ ਗਿਆ। ਉਸ ਕੰਧ ਨਾਲ ਖਲੋ ਕੇ ਬਿੜਕ ਲਈ। ਸ਼ੂਕ ਦੇ ਸਾਹ ਬਾਹਰਲੀ ਹਨੇਰੀ ਨਾਲ ਨਦੀ ਸਾਗਰ ਵਾਂਗ ਮੇਲ ਖਾ ਰਹੇ ਸਨ। ਉਸ ਅੱਧਾ ਕੁ ਤਖਤਾ ਖੋਲ ਕੇ ਅਲਸ਼ੇਸ਼ਨ ਕੁੱਤੇ ਵਾਂਗ ਕੰਨ ਚੁੱਕੇ। ਉਸ ਨੂੰ ਸਭ ਅੱਛਾ ਹੀ ਪ੍ਰਤੀਤ ਹੋਇਆ। ਉਹ ਖਾਕੀ ਖੇਸ ਦੀ ਬੁੱਕਲ ਕੱਸ ਕੇ ਅੰਦਰ ਲੰਘ ਗਿਆ। ਉਸ ਤੂੜੀ ਵਾਲੇ ਪਾਸੇ ਨੂੰ ਟਾਰਚ ਜਗਾਈ। ਉਸ ਮੋੜਵੇਂ ਅੱਧੇ ਕੁ ਚਾਨਣ ਵਿੱਚ ਤੱਕਿਆ। ਉਹ ਰਜਾਈਆਂ ਵਿੱਚ ਮੂੰਹ ਦੇਈ ਬੇਪਰਵਾਹ ਸੁੱਤੇ ਪਏ ਸਨ। ਗੁਲਵੰਤ ਤਾਂ ਕੁਰਾੜੇ ਵੀ ਖਿੱਚ ਰਿਹਾ ਸੀ। ਮੱਗਰ ਦੇ ਧੜਕਦੇ ਦਿਲ ਵਿੱਚ ਇੱਕਦਮ ਦਲੇਰੀ ਆ ਗਈ। ਸੁੱਤਾ ਤੇ ਮੋਇਆ ਬੰਦਾ ਇੱਕ ਬਰਾਬਰ ਹੁੰਦਾ ਏ। ਉਸ ਗੁਲਵੰਤ ਦੀ ਬਾਹੀ ਨਾਲੋਂ ਰਾਈਫਲ ਚੁੱਕਦਿਆਂ ਝਟਕਾ ਖਾਧਾ, ਜਿਵੇਂ ਕਿਧਰੋਂ ਬਿਜਲੀ ਦਾ ਕਰੰਟਾ ਲੱਗਾ ਹੋਵੇ। ਜ਼ਮੀਰ ਉਹਦੇ ਕਿਰਦਾਰ ਉੱਤੇ ਹੱਸ ਪਈ। ਲਾਨਤ, ਗੱਦਾਰੀ, ਯਾਰਾਂ ਨਾਲ ਦਗਾ, ਸਾਥੀਆਂ ਨੂੰ ਧੋਖਾ। ਮੱਗਰ ਨੇ ਲੰਮੇ ਹੌਂਕੇ ਵਿੱਚ ਲੁਟਕਦਿਆਂ ਕੁਝ ਇਸ ਤਰ੍ਹਾਂ ਦੀਆਂ ਆਵਾਜ਼ਾਂ ਸੁਣੀਆਂ।
ਇਹਨਾਂ ਹੋਰ 2-4 ਦਿਨਾਂ ਨੂੰ ਵੀ ਫੜੇ ਹੀ ਜਾਣਾ ਏ। ਪਰ ਬਾਹਰ ਖਲੋਤੇ ਕਸਾਈਆਂ ਇਹਨਾਂ ਨੂੰ ਹਲਾਲ ਕਰ ਦੇਣਾ ਏ। ਤਹਿਰੀਕ ਫੇਲ ਹੋ ਚੁੱਕੀ ਹੈ। ਹੁਣ ਤਾਂ ਜਾਨ ਬਚਾਉਣ ਵਿੱਚ ਹੀ ਭਲਾ ਹੈ। ਜਾਨ ਸਿਰਫ ਤੈਨੂੰ ਹੀ ਪਿਆਰੀ ਏ। ਆਹ ਜਿਹੜੇ ਜੰਗਲ ਦੇ ਸ਼ੇਰ ਲੋਕਾਂ ਦੇ ਜਾਈ ਸੁੱਤੇ ਪਏ ਆ, ਇਹਨਾਂ ਵਿੱਚ ਤੈਨੂੰ ਦਿਲ ਧੜਕਦਾ ਨਹੀਂ ਦਿਸਦਾ? ਕਾਸ਼ ਮੈਂ ਇਹਨਾਂ ਸੂਰਮਿਆਂ ਨੂੰ ਬਚਾ ਸਕਦਾ, ਆਪੋ ਖੁਦਗਰਜ਼ ਨਾ ਬਣਦਾ। ਪਰ ਇਹਨਾਂ ਕਿਵੇਂ ਵੀ ਨਹੀਂ ਬਚਣਾ। ਹਰ ਗੱਦਾਰ ਅਥਵਾ ਖੁਦਗਰਜ਼ ਅਣਮਨੁੱਖ ਹੁੰਦਾ। ਜਦੋਂ ਦਲੀਲ ਤੋਂ ਵੀ ਹਾਰ ਜਾਂਦਾ ਏ, ਤਦ ਗੱਲ ਨੂੰ ਹਾਲਾਤ ਅਥਵਾ ਕਿਸਮਤ ਦੇ ਹਵਾਲੇ ਕਰ ਦਿੰਦਾ ਏ। ਮਨੁੱਖ ਮਾਨਸਿਕ ਤੌਰ ਤੇ ਐਵਰੈਸਟ ਜੇਤੂ ਹੋ ਜਾਂਦਾ ਏ, ਪਰ ਜਦੋਂ ਤਿਲਕਣ ਤੇ ਆਉਂਦਾ ਏ, ਪਤਾਲ ਤੱਕ ਨਿੱਘਰ ਜਾਂਦਾ ਏ। ਮੱਗਰ 3 ਰਾਈਫਲਾਂ ਡੀਐਸਪੀ ਅੱਗੇ ਰੱਖਦਾ ਡਿੱਗ ਪਿਆ। ਉਹਦੀ ਰੂਹ ਲਿਲਕਣੀਆਂ ਲੈ ਰਹੀ ਸੀ। ਜ਼ਾਲਮੋ, ਜਾਣ ਤੋਂ ਪਹਿਲਾਂ ਮੈਨੂੰ ਵੀ ਗੋਲੀ ਮਾਰਦੇ ਜਾਓ। ਮੈਂ ਗੱਦਾਰੀ ਦੀ ਕਬਰ ਵਿੱਚ ਨਹੀਂ ਪੈਣਾ ਚਾਹੁੰਦਾ। ਡੀਐਸਪੀ ਦਾ ਡਰਾਕਲ ਮਨ ਗੁਰੂਆਂ ਦੀ ਬਾਣੀ ਦਾ ਆਸਰਾ ਲੈ ਕੇ ਦਲੇਰ ਹੋ ਰਿਹਾ ਸੀ। ਜਦ ਤੱਕ ਮੱਗਰ ਹਥਿਆਰ ਲੈ ਕੇ ਬਾਹਰ ਨਹੀਂ ਆ ਗਿਆ, ਉਹ ਸਤਨਾਮ ਵਾਹਿਗੁਰੂ ਦਾ ਜਾਪ ਨਹੀਂ ਛੱਡਿਆ। ਉਹ ਕਿੱਥੇ ਤੇ ਕਿਵੇਂ ਪਏ ਐ? ਸਾਹਿਬ ਨੇ ਹੋਰ ਪੁੱਛ ਕੀਤੀ। ਇਹ ਮੇਰੇ ਚਾਚੇ ਦਾ ਬਾਹਰਲਾ ਘਰ ਹੈ। ਦੱਖਣ ਵਾਲਾ ਬੂਹਾ ਡੰਗਰਾਂ ਦਾ ਏ ਤੇ ਚੜ੍ਹਦੀ ਵੱਲ ਦੇ ਬਾਰ ਤੁਸਾਂ ਜਾਣਾ। ਸੱਜੇ ਹੱਥ ਦੇ ਕਮਰੇ ਉਹਨਾਂ ਦੇ 2 ਮੰਜੇ ਐ। ਗੁਲਵੰਤ ਤੇ ਹਨੀਫ ਇਕੱਠੇ ਪਏ ਐ, ਤਾਰਾ ਕੱਲਾ। ਹੁਣ ਦੇਰ ਨਾ ਕਰੋ। ਉਹਦਾ ਮਨ ਕਾਲਾ ਪੈ ਗਿਆ ਸੀ। ਉਹ ਚਾਹੁੰਦਾ ਸੀ ਭਾਣਾ ਮੇਰੀਆਂ ਅੱਖਾਂ ਤੋਂ ਪਰਾਂ ਪਰਾਂ ਵਰਤ ਜਾਵੇ। ਮੈਂ ਦੇਖ ਨਹੀਂ ਸਕਾਂਗਾ, ਸਹਾਰ ਨਹੀਂ ਸਕਾਂਗਾ। ਉਹਦਾ ਚੋਰ ਮਨ ਨੱਸ ਜਾਣਾ ਚਾਹੁੰਦਾ। ਵੇ ਨਿੰਮ ਦੇ ਛਿਦਰੇ ਹਨੇਰੇ ਹੇਠਾਂ ਤਾਣੇ ਨਾਲ ਢੋ ਲਾ ਕੇ ਖਲੋ ਗਿਆ। ਬਘਿਆੜਾਂ ਸ਼ੈ ਸ਼ੈ ਪੈਰ ਪੁੱਟਣੇ ਸ਼ੁਰੂ ਕਰ ਦਿੱਤੇ। ਬਾਹਰਲਾ ਬਾਰ ਤਾਂ ਖੁੱਲ੍ਹਾ ਸੀ। ਮਲਕ ਮਲਕ ਕੰਧਾਂ ਨਾਲ ਘਸੜਦਿਆਂ ਉਹਨਾਂ ਵਿਹੜਾ ਵੀ ਪਾਰ ਕਰ ਲਿਆ। ਬਾਰ ਦੇ ਦੋਹੇ ਪਾਸੇ 4-4 ਜਵਾਨ ਤਿਆਰ ਹੋ ਕੇ ਖਲੋ ਗਏ। ਫਿਰ ਉਹਨਾਂ ਹਦਾਇਤਾਂ ਅਨੁਸਾਰ ਤਾਅ ਤੇ ਆਏ ਲੋਹਾਰ ਵਾਂਗ ਐਕਸ਼ਨ ਸ਼ੁਰੂ ਕਰ ਦਿੱਤਾ। ਇੱਕ ਵਾਰ ਹੀ ਦੋਵੇਂ ਤਖਤੇ ਕੰਧਾਂ ਨਾਲ ਆ ਵੱਜੇ ਤੇ 8 ਸਿਪਾਹੀ ਟਾਰਚਾਂ ਦੇ ਚਾਨਣ ਵਿੱਚ ਮੰਜਿਆਂ ਨੂੰ ਜਾ ਪਏ। ਸਿਪਾਹੀਆਂ ਸੁੱਤਿਆਂ ਉੱਤੋਂ ਰਜਾਈਆਂ ਖਿੱਚ ਸੁੱਟੀਆਂ ਅਤੇ ਬਾਹਾਂ ਤੋਂ ਫੜ ਕੇ ਭੁੰਜੇ ਸੁੱਟ ਲਏ। ਗੁਲਵੰਤ ਤੇ ਤਾਰਾ ਹਥਿਆਰਾਂ ਨੂੰ ਹੱਥ ਮਾਰ ਕੇ ਹੀ ਰਹਿ ਗਏ ਸਨ। ਹਨੀਫ ਦੋਹਾਂ ਦੇ ਵਿਚਕਾਰ ਪਿਆ ਸੀ। ਉਹ ਸਿਪਾਹੀ ਨੂੰ ਆਪਣੇ ਉੱਤੋਂ ਉਲਟਾ ਕੇ ਹੇਠੋਂ ਹੀ ਨਿਕਲ ਗਿਆ, ਪਰ ਬਾਰ ਵਿੱਚ ਦੋਹੀਂ ਪਾਸੇ ਲੱਗੇ ਖਲੋਤੇ ਸਿਪਾਹੀਆਂ ਨੇ ਉਹ ਸੌਂਦੇ ਨੂੰ ਖਿੱਦੋ ਵਾਂਗ ਜੁੱਪ ਲਿਆ। ਜਦੋਂ ਉਹ ਤਿੰਨੇ ਕਾਬੂ ਕਰ ਲਏ, ਬਰਾੜ ਸਾਹਿਬ 5 ਸੈੱਲ ਦੀ ਬੈਟਰੀ ਲਿਸ਼ਕਾਂਦਾ ਅੰਦਰ ਆ ਗਿਆ। ਉਸ ਚਾਨਣ ਇੱਧਰ ਉੱਧਰ ਘੁਮਾਇਆ। 1.5 ਇੱਟ ਦੇ ਪੱਕੇ ਥੰਮਲੇ ਦੀ ਇੱਕ ਲਟੈਣ ਹੇਠਾਂ 2 ਕੁ ਗੱਡੇ ਤੋੜੀ ਪਈ ਸੀ। ਦੂਜੀ ਲਟੈਣ ਨਾਲ ਬੰਨੀਆਂ ਛੱਲੀਆਂ ਦੀ ਬੋਰੀਆਂ ਲਟਕ ਰਹੀਆਂ ਸਨ। ਚੋਹਿਆਂ ਲਟੈਣ ਉੱਤੇ ਚੜ੍ਹ ਕੇ ਵੀ ਬੋਰੀਆਂ ਨੂੰ ਜਾ ਪਾੜਿਆ ਸੀ। ਟਾਰਚ ਦਾ ਤੇਜ਼ ਚਾਨਣ ਗੁਲਵੰਤ, ਤਾਰੇ ਤੇ ਹਨੀਫ ਦੀਆਂ ਅੱਖਾਂ ਝੁੰਦਿਆ ਰਿਹਾ ਸੀ। ਕਿਉਂ ਇਹ ਸੂਰੋ? ਪੁਲਿਸ ਦਾ ਗਰੀਬ ਸਿਪਾਹੀ ਮਾਰਿਆ ਸੀ। ਹੁਣ ਦੱਸੋ, ਤੁਹਾਨੂੰ ਕਾਨੂੰਨ ਦਾ ਡਰ ਨਹੀਂ ਸੀ? ਬਰਾੜ ਨੇ ਆਪਣਾ ਰੋਬ ਛਾਂਟਿਆ। ਅੰਦਰ ਆਉਣ ਤੋਂ ਪਹਿਲਾਂ ਤੇਰੀ ਬਹਾਦਰ ਦੀ ਪੈਂਟ ਗਿੱਲੀ ਹੋਈ ਪਈ ਸੀ। ਤਾਰੇ ਨੇ ਥੋੜਾ ਚਿੜ ਕੇ ਠੋਕਵਾਂ ਉੱਤਰ ਦੇ ਮਾਰਿਆ। ਤੇਰੇ ਗਰੀਬ ਸਿਪਾਹੀ ਦੀਆਂ ਕਰਤੂਤਾਂ ਦਾ ਪਤਾ ਏ। ਡੀਐਸਪੀ ਨੇ ਸਿਰ ਤੋਂ ਘੁਮਾ ਘੁਮਾ ਕੇ 2-3 ਬੈਂਤਾਂ ਤਾਰੇ ਦੇ ਜੜ ਦਿੱਤੀਆਂ। ਗੁਲਵੰਤ ਨੇ ਧੀਰਜ ਨਾਲ ਆਖਿਆ, ਬਰਾੜ ਸਾਹਿਬ, ਹੁਣ ਔਖੇ ਭਾਰੇ ਹੋਣ ਦੀ ਲੋੜ ਨਹੀਂ। ਸਾਡੇ ਨਾਲ ਵਿਸ਼ਵਾਸਘਾਤ ਹੋ ਗਿਆ। ਭਰਾਵਾਂ ਲਈ ਮਰਨਾ ਮਿੱਥਿਆ ਏ, ਪਰ ਸਾਡੇ ਹੀ ਕਿਸੇ ਭਰਾ ਨੇ ਸਾਨੂੰ ਫੜਾ ਦਿੱਤਾ। ਹੁਣ ਸਾਨੂੰ ਕੋਈ ਅਫਸੋਸ ਨਹੀਂ। ਸਾਨੂੰ ਆਪਣੇ ਅੰਤ ਦਾ ਪਤਾ ਏ। ਸਾਡੀ ਘਰੋਂ ਨਿਕਲਣ ਤੋਂ ਹੀ ਜਾਨ ਤਲੀ ਉੱਤੇ ਧਰੀਏ। ਹੋਰ ਦੱਸੋ? ਡੀਐਸਪੀ ਕੁਝ ਵੀ ਆਖਣ ਜੋਗਾ ਨਾ ਰਿਹਾ। ਉਸ ਹੌਲਾ ਪੈਂਦਿਆਂ ਆਖਿਆ, ਇਹਨਾਂ ਨੂੰ ਲੈ ਚੱਲੋ। ਮੱਗਰ ਦੇ ਚਾਚੇ ਦੇ ਘਰ ਹੋਰ ਕੋਈ ਨਹੀਂ ਪਿਆ ਸੀ। ਜਿਨ੍ਹਾਂ ਬਿਸਤਰਿਆਂ ਵਿੱਚ ਡੰਗਰਾਂ ਦੀ ਰਾਖੀ ਵਾਸਤੇ ਘਰ ਵਾਲੇ ਪੈਂਦੇ ਸਨ, ਉਹਨਾਂ ਵਿੱਚ ਹੀ ਗੁਲਵੰਤ ਹੋਰੀ ਆ ਸੁੱਤੇ ਸਨ। ਉਹ ਪਹਿਲੀ ਵਾਰੀ ਇਸ ਘਰ ਵਿੱਚ ਨਹੀਂ ਸੁੱਤੇ ਸਨ। ਪੁਲਿਸ ਨੇ ਪਿੰਡ ਦੇ ਸਰਪੰਚ ਅਥਵਾ ਕਿਸੇ ਨੰਬਰਦਾਰ ਨੂੰ ਵੀ ਨਹੀਂ ਜਗਾਇਆ ਸੀ।
ਹਨੀਫ ਦਾ ਅੱਬਾ ਉੱਥੋਂ 5-6 ਘਰਾਂ ਦੇ ਵਿੱਥ ਨਾਲ ਖੰਘ ਰਿਹਾ ਸੀ। ਹਨੀਫ ਸੋਚਦਾ ਸੀ, ਮੇਰੇ ਘਰਦਿਆਂ ਨੂੰ ਸਾਡੇ ਫੜੇ ਜਾਣ ਬਾਰੇ ਸ਼ਾਇਦ ਕੱਲ ਨੂੰ ਹੀ ਪਤਾ ਲੱਗੇ, ਸ਼ਾਇਦ ਉਦੋਂ ਦਾ ਹੀ ਬਿਸਮਿਲ੍ਲਾ ਹੀ ਪੜ੍ਹ ਦੇਣ। ਹੋਰ ਕਿਹਨੂੰ ਕਿਹਨੂੰ ਮਾਰਨ ਦਾ ਇਰਾਦਾ ਸੀ? ਤੁਰੇ ਜਾਂਦੇ ਡੀਐਸਪੀ ਨੇ ਮੁੜ ਪੁੱਛ ਲਿਆ। ਮਾਰਨਾ ਤੁਹਾਨੂੰ ਸੀ, ਪਰ ਸ਼ਹਿਰ ਕਿਸੇ ਨੇ ਪਨਾਹ ਨਹੀਂ ਦਿੱਤੀ। ਗੁਲਵੰਤ ਨੇ ਇੰਨੀ ਆਖ ਕੇ ਆਪਣੇ ਦੋਸਤ ਮੱਖਣ ਨੂੰ ਲੁਕਾ ਲਿਆ, ਜਿਸ ਕੋਲ ਧਾ ਕੇ ਉਹ 2 ਵਾਰ ਬੈਠ ਚੁੱਕਾ ਸੀ, ਪਰ ਦੋਵੇਂ ਵਾਰ ਬਰਾੜ ਦੀ ਕਿਸਮਤ ਤੇਜ਼ ਨਿਕਲੀ ਸੀ। ਗੁਲਵੰਤ ਨੂੰ ਇਨਕਲਾਬੀ ਬਣਾਉਣ ਵਿੱਚ ਮੱਖਣ ਦਾ ਬਹੁਤਾ ਹੱਥ ਸੀ। ਉਹ ਆਪਣੀ ਤਨਖਾਹ ਵਿੱਚੋਂ ਬਜਮਾ ਫੰਡ ਹੁਣ ਤੱਕ ਪਾਰਟੀ ਨੂੰ ਦੇਈ ਆ ਰਿਹਾ ਸੀ, ਪਰ ਉਸਦਾ ਪਤਾ ਗੁਲਵੰਤ ਤੇ ਪੀਤੂ ਤੋਂ ਬਿਨਾਂ ਕਿਸੇ ਨੂੰ ਨਹੀਂ ਸੀ। ਪਾਰਟੀ ਦੇ ਪਰਚੇ ਲਈ ਬਹੁਤ ਲੇਖ ਉਹੀ ਅਨੁਵਾਦ ਕਰਦਾ ਸੀ। ਇਨਕਲਾਬ ਦੀਆਂ ਚੜ੍ਹਾਈਆਂ ਲੁਹਾਈਆਂ ਬਾਰੇ ਉਹ ਇਤਿਹਾਸਕ ਪੱਖੋਂ ਸੁਚੇਤ ਸੀ। ਡੀਐਸਪੀ ਆਪਣਾ ਮਰਨਾ ਸੁਣ ਕੇ ਲਰਜ਼ਾ ਖਾ ਗਿਆ। ਪੱਧਰੇ ਪੈਂਦੇ ਉਸਦੇ ਪੈਰ ਲੜਖੜਾ ਗਏ। ਇੱਕ ਪਲ ਲਈ ਉਸ ਡੀਐਸਪੀ ਹਰਿੰਦਰ ਸਿੰਘ ਵਾਂਗ ਆਪੇ ਨੂੰ ਬੰਬ ਨਾਲ ਉੜਦਿਆਂ ਤੱਕਿਆ। ਉਹਦੀ ਸੁਰਤ ਗੋਤੇ ਖਾਣ ਲੱਗ ਪਈ। ਇਹ ਕਦੇ ਵੀ ਮਾਰ ਸਕਦੇ ਸੀ। ਮੈਂ ਕਿਸਮਤ ਦਾ ਜ਼ੋਰਾਵਰ ਹਾਂ, ਜਾਂ ਤੂੰ ਮੇਰੇ ਵੱਲ ਹੈ। ਉਸ ਗੁਰਬਾਣੀ ਦਾ ਆਸਰਾ ਲੈ ਕੇ ਆਪੇ ਨੂੰ ਸੰਭਾਲ ਦਿੱਤਾ। ਫਿਰ ਉਸ ਟਾਪਕ ਹੀ ਬਦਲ ਦਿੱਤਾ। ਹੁਣ ਤੁਹਾਡਾ ਚਾਰੋਂ ਚੀਨ ਤੋਂ ਕੀ ਸੁਨੇਹਾ ਲਿਆਇਆ ਹੈ? ਉਹ ਤੁਹਾਡੇ ਨਾਲ ਸਲਾਹ ਕਰਕੇ ਗਿਆ ਸੀ, ਤੁਹਾਨੂੰ ਉਸ ਰਿਪੋਰਟ ਨਹੀਂ ਦਿੱਤੀ? ਡੀਐਸਪੀ ਨੂੰ ਗੁਲਵੰਤ ਦੇ ਟਿਚਕਰ ਉੱਤੇ ਗੁੱਸਾ ਆ ਗਿਆ। ਆਪਣੇ ਮਾਰੇ ਜਾਣ ਦੀ ਗੱਲ ਸੁਣ ਕੇ ਉਹ ਭਰਿਆ ਪੀਤਾ ਪਿਆ ਸੀ। ਉਸ ਬੈਂਤਾ ਨਾਲ ਮੁੰਡੇ ਨੂੰ ਝੰਬਣਾ ਸ਼ੁਰੂ ਕਰ ਦਿੱਤਾ। ਬਾਕੀ ਸਾਰਾ ਲਾਣਾ ਬੋਲਿਆ ਤੇ ਗੂੰਗਿਆਂ ਵਾਂਗ ਵਰਤਦਾ ਕੌਤਕ ਵੇਖਦਾ ਰਿਹਾ। ਗੁਲਵੰਤ ਜਾਣ ਕੇ ਮਾਰ ਖਾਂਦਾ ਪਿਛਾਂਹ ਹਟਦਾ ਗਿਆ। ਰਾਤ ਹਨੇਰੀ ਛੂਪ ਰਹੀ ਸੀ। ਉਹ ਪਿੱਠ ਭੁਆਂ ਕੇ ਬਾਹਾਂ ਤੋਂ ਨਰੜਿਆ ਵੀ ਨੱਸ ਪਿਆ। ਟਾਰਸ ਦਾ ਚਾਨਣ ਪੈਣ ਤੋਂ ਪਹਿਲਾਂ ਇੱਕ ਸਿਪਾਹੀ ਨੇ ਉਹਦੀ ਵੱਖੀ ਵਿੱਚ ਸੰਗੀਨ ਖੋਪ ਦਿੱਤੀ। ਉਸ ਸਿਪਾਹੀ ਨੂੰ ਗੁਲਵੰਤ ਨੇ ਵੀ ਨਹੀਂ ਵੇਖਿਆ ਸੀ। ਬੱਧੇ ਹੱਥਾਂ ਨਾਲ ਉਹ ਵੱਟ ਵਿੱਚ ਔਖੜ ਕੇ ਡਿੱਗ ਪਿਆ। ਬਰਾੜ ਸਾਹਿਬ ਤੇ ਥਾਣੇਦਾਰ ਨੇ ਉਸ ਨੂੰ ਡਿੱਗੇ ਪਏ ਨੂੰ ਹੀ ਭੰਨਣਾ ਸ਼ੁਰੂ ਕਰ ਦਿੱਤਾ। ਲਹੂ ਦੀ ਵਗਦੀ ਤਤੀਰੀ ਉੱਤੇ ਪੁੱਠੇ ਹੱਥ ਰੱਖ ਕੇ ਉਹ ਉੱਠ ਖਲੋਤਾ। ਪੀੜਾਂ ਦੇ ਬੇਪਰਵਾਹ ਝੱਖੜਾਂ ਵਿੱਚੋਂ ਗੁਲਵੰਤ ਨੇ ਮਨਸੂਰ ਨੂੰ ਸੰਗਸਾਰੀ ਵਿੱਚ ਮੁਸਕਰਾਉਂਦਿਆਂ ਤੱਕਿਆ। ਆਰੇ ਦੇ ਖਰਬੇ ਤਿੱਖੇ ਦੰਦਿਆਂ ਹੇਠਾਂ ਵਿਸਮਾਦ ਵਿੱਚ ਆਇਆ ਮਤੀ ਦਾਸ ਤੇਰਾ ਪਾਣਾ ਮਿੱਠਾ ਲਾਗੇ ਗਾਈ ਜਾ ਰਿਹਾ ਸੀ। ਗੁਲਵੰਤ, ਇਹ ਵੱਢ ਟੁੱਕ ਤਾਂ ਹੁਣ ਹੋਣੀ ਏ, ਪਰ ਸੀਨਾ ਅੱਖੀ ਸਿਦਕੀਆਂ ਵਾਂਗ ਕੋਈ ਦਾਗ ਲੈ ਕੇ ਨਹੀਂ ਮਰਨਾ। ਹਨੀਫ ਤੇ ਤਾਰਾ ਸਿਰਾਂ ਤੋਂ ਨੰਗੇ ਪੱਗਾਂ ਨਾਲ ਬੱਧੇ ਕਚੀਚੀਆਂ ਵੱਟ ਰਹੇ ਸਨ। ਜਦੋਂ ਉਹ ਕੁੱਟਦੇ ਹਫ ਗਏ, ਟਾਰਸ ਦੇ ਚਾਨਣ ਵਿੱਚ ਉਹਨਾਂ ਗੁਲਵੰਤ ਦੀ ਵੱਖਿਓਂ ਲਹੂ ਦੀ ਤਤੇਰੀ ਵੇਖੀ। ਟੂਟੀ ਦੇ ਪਾਣੀ ਵਾਂਗ ਵਗਦਾ ਲਹੂ ਦੇਖ ਕੇ ਉਹਨਾਂ ਦੇ ਹੱਥ ਆਪਣੇ ਆਪ ਰੁਕ ਗਏ। ਇੱਕ ਦੁਪੱਟੇ ਨਾਲ ਕੱਸ ਕੇ ਉਹਦੀ ਵੱਖੀ ਬੰਨ੍ਹ ਦਿੱਤੀ। ਉਹ ਰੇਤਲੇ ਪਹੇ ਤੁਰ ਪਏ। ਹਵਾ ਪਹਿਲਾਂ ਵਾਂਗ ਹੀ ਧੱਕੇ ਮਾਰ-ਮਾਰ ਲੰਘ ਰਹੀ ਸੀ। ਬਿਜਲੀ ਹਨੇਰੇ ਵਿੱਚ ਫੱਟ ਪਾਉਂਦੀ ਤੇ ਝੱਟ ਪਿੱਛੋਂ ਬੱਦਲ ਗੜਕ ਪੈਂਦਾ। ਗਿੱਠ-ਗਿੱਠ ਉੱਠਦੀਆਂ ਪੀਲੀਆਂ ਕਣਕਾਂ ਮਿਹਰ ਦੀ ਕਣੀ ਨੂੰ ਤਰਸ ਰਹੀਆਂ ਸਨ। ਰਾਹ ਦੇ ਲਾਗੋਂ ਇੱਕ ਕੁੱਤਾ ਭੌਂਕ ਪਿਆ। 5 ਸੈੱਲ ਦੀ ਬੈਟਰੀ ਨੇ ਜਦ ਉੱਧਰ ਮੂੰਹ ਪਵਾਇਆ, ਕੁੱਤਾ ਪਿੱਛਲ ਖੁਰੀ ਭੌਂਕਦਾ ਛਾਲਾ ਮਾਰ ਗਿਆ। ਆਹੋ ਕੀ ਹੈ? ਡੀਐਸਪੀ ਨੇ ਥਾਣੇਦਾਰ ਤੋਂ ਪੁੱਛਿਆ। ਜਨਾਬ, ਇੱਥੇ ਕੁਲਾੜੀ ਵਾਲਾ ਕੋਠਾ ਏ। ਕੁੱਤੇ ਮੈਲ ਚੱਟਣ ਆ ਜਾਂਦੇ ਹੋਣਗੇ। ਲਾਲ ਸਿੰਘ ਆਪਣੇ ਹਲਕੇ ਵਿੱਚ ਛਾਪੇ ਮਾਰਦਾ ਗੁੱਠ-ਗੁੱਠ ਤੋਂ ਜਾਣੂ ਹੋ ਚੁੱਕਾ ਸੀ। ਕੁਲਾੜੀ? ਬਰਾੜ ਦੇ ਘੁੰਤਰੀ ਦਿਮਾਗ ਵਿੱਚੋਂ ਇੱਕ ਸਕੀਮ ਲਿਸ਼ਕ ਪਈ। ਹਾਂ ਜਨਾਬ, ਚਲੋ ਉੱਥੇ। ਸਾਰੀ ਫੋਰਸ ਮੁਲਜ਼ਮਾਂ ਸਮੇਤ ਰਾਹੋਂ ਖੇਤ ਕੂ ਦੀ ਵਿੱਥ ਨਾਲ ਕੁਲਾੜੀ ਉੱਤੇ ਪਹੁੰਚ ਗਈ। ਕੋਠੇ ਨੂੰ ਜਿੰਦਾ ਲੱਗਾ ਹੋਇਆ ਸੀ। ਜਾਪਦਾ ਸੀ ਕੁਲਾੜੀ ਇੱਕ ਅੱਧੇ ਦਿਨ ਦੀ ਹੀ ਖਲੋਤੀ ਹੈ। ਸੱਜਰੀਆਂ ਪੱਛੀਆਂ ਵਿੱਚੋਂ ਹਾਲੇ ਰੌਂ ਮਹਿਕ ਰਿਹਾ ਸੀ। ਲਾਲ ਸਿੰਘ ਨੂੰ ਸ਼ੱਕ ਪੈ ਗਈ, ਡੀਐਸਪੀ ਇਸ ਕੋਠੇ ਦਾ ਹੀ ਮੁਕਾਬਲਾ ਬਣਾਏਗਾ। ਉਸ ਪਹਿਲਾਂ ਹੀ ਸਲਾਹ ਦਿੱਤੀ, ਇਹਨਾਂ ਤੋਂ ਡਰਾ ਧਮਕਾ ਕੇ ਪੁੱਛ ਪੜਤਾਲ ਕਰ ਲਈਏ। ਠੀਕ ਹੈ,
ਤਿੰਨਾਂ ਨੂੰ ਹੀ ਅੱਡ-ਅੱਡ ਕਰ ਲਓ। ਡੀਐਸਪੀ ਲਾਲ ਸਿੰਘ ਨੂੰ ਹੁਕਮ ਕਰਕੇ ਗੁਲਵੰਤ ਦੇ ਲਾਗੇ ਆ ਗਿਆ। ਜਾਪਦਾ ਏ ਤੂੰ ਸਿੱਧੀ ਨੀਅਤ ਨਾਲ ਨਹੀਂ ਮੰਨਣ ਲੱਗਾ। ਕੀ? ਦਰਦ ਤੇ ਪੀੜ ਦੀ ਹੌਂਕਣੀ ਵਿੱਚੋਂ ਮੁੰਡੇ ਨੇ ਪੁੱਛਿਆ। ਪੀਤੇ ਤੇ ਮਿੰਦਰ ਬਾਰੇ। ਹਾਂ, ਉਹ ਪਾਰਟੀ ਦੇ ਲੋਹੇ ਵਰਗੇ ਥੰਮ ਹੈ। ਰੀਅਲੀ ਮੈਂ ਤੇਰੀ ਬੱਚਤ ਕਰ ਸਕਦਾ। ਤੂੰ ਬਸ ਢਕਿਆ ਰਹਿ। ਗੁਲਵੰਤ ਨੇ ਸਾਹਿਬ ਦੀ ਗੰਦੀ ਹਵਾੜ ਨਿਕਲਣ ਤੋਂ ਪਹਿਲਾਂ ਹੀ ਉਸ ਦਾ ਮੂੰਹ ਬੰਦ ਕਰ ਦਿੱਤਾ। ਐਮਏ ਦਾ ਆਖਰੀ ਸਾਲ ਵਿੱਚੇ ਛੱਡਿਆ ਏ। ਕਿਤਾਬ ਠੱਪ ਕੇ ਹਥਿਆਰ ਚੁੱਕਿਆ ਏ। ਤੇਰੇ ਵਰਗਾ ਬੌਂਗਾ ਅਫਸਰ ਮੈਂ ਕਦੇ ਨਹੀਂ ਵੇਖਿਆ। ਅਸੀਂ ਬੱਚਤਾਂ ਵਾਸਤੇ ਹਥਿਆਰ ਚੁੱਕੇ ਹਾਂ। ਅਸੀਂ ਤਾਂ ਲੋਕਾਂ ਨੂੰ ਇਹ ਦੱਸਣਾ ਏ। 9 ਗੁਰੂ ਉਪਦੇਸ਼ ਦਿੰਦੇ ਰਹੇ। ਰਾਜੇ ਸ਼ੀ ਮੁਕੱਦਮ ਕੁੱਤੇ ਨਹੀਂ ਬਦਲੇ। ਇਹਨਾਂ ਨੂੰ ਬਦਲਣ ਅਤੇ ਸੱਚ ਦੇ ਰਾਹ ਉੱਤੇ ਲਿਆਉਣ ਲਈ 10ਵੇਂ ਗੁਰੂ ਨੂੰ ਤਲਵਾਰ ਚੁੱਕਣੀ ਪਈ। ਗੁਰੂ ਦਾ ਫਰਮਾਨ ਹੈ, ਜਦੋਂ ਕੋਈ ਵਾਹ ਨਾ ਜਾਵੇ, ਹਥਿਆਰ ਚੁੱਕਣਾ ਧਰਮ ਹੈ। ਸਾਡੇ ਦੋਹਾਂ ਵਿਚਕਾਰ ਪਾੜਾ ਜ਼ਿੰਦਗੀ ਮੌਤ ਜਿੰਨਾ ਹੈ। ਚੂਹਾ ਸ਼ੇਰ ਨੂੰ ਉਪਦੇਸ਼ ਦੇਵੇ, ਖਲਕ ਨੂੰ ਹਾਸਾ ਨਹੀਂ ਆਵੇਗਾ। ਚੂਹੇ ਦੀ ਤਸ਼ਬੀਹ ਨਾਲ ਡੀਐਸਪੀ ਨੂੰ ਅੰਦਰ ਕੜਵੱਲ ਪੈ ਗਏ। ਆਪਣੇ ਆਪ ਨੂੰ ਉਹ ਸ਼ੇਰ ਦਾ ਵੀ ਪਿਓ ਸਮਝਦਾ ਸੀ, ਪਰ ਗੁਲਵੰਤ ਉਸ ਦੇ ਪੈਰ ਨਹੀਂ ਲੱਗਣ ਦੇ ਰਿਹਾ ਸੀ। ਇਹਨੂੰ ਕੁਲਾੜੀ ਦੇ ਨੇੜੇ ਲਿਆਓ। ਬਰਾੜ ਦੇ ਹੁਕਮ ਨਾਲ ਸਿਪਾਹੀ ਉਸ ਨੂੰ ਕੁਲਾੜੀ ਕੋਲ ਲੈ ਗਏ। ਇਹਦਾ ਹੱਥ ਖੋਲ ਕੇ ਵੇਲਣੇ ਵਿੱਚ ਦੇ ਦਿਓ। ਗੁਲਵੰਤ ਅੜ ਕੇ ਖਲੋ ਗਿਆ। ਉਹ ਸਿਪਾਹੀਆਂ ਦੇ ਖਿੱਚਿਆਂ ਵੀ ਨਹੀਂ ਤੁਰ ਰਿਹਾ ਸੀ। ਬਰਾੜ ਦਾ ਵਿਸ਼ਵਾਸ ਸੀ, ਜੇ ਉਸ ਨੂੰ ਜਰਕਾ ਲਿਆ ਜਾਵੇ, ਦੂਜੇ ਬਿਨਾਂ ਤਸ਼ੱਦਦ ਹੀ ਪਾਣੀ ਹੋ ਜਾਣਗੇ। ਪਰ ਗੁਲਵੰਤ ਇਰਾਦੇ ਦਾ ਸਟੀਲ ਸੀ। ਡੀਐਸਪੀ ਨੇ ਇੱਕ ਬਾਂਹ ਉੱਤੇ ਬੈਂਤ ਮਾਰ-ਮਾਰ ਉਸ ਨੂੰ ਗੁੱਟ ਕੋਲੋਂ ਤੋੜ ਸੁੱਟਿਆ, ਜਿਵੇਂ ਵਿੰਗਾ ਗੰਨਾ ਭੰਨ ਕੇ ਕੁਲਾੜੀ ਵਿੱਚ ਦੇ ਲਈਦਾ ਹੈ। ਹਰ ਸੱਟ ਨਾਲ ਮੁੰਡਾ ਆਪਣੀ ਸਹਿਣ ਸ਼ਕਤੀ ਨੂੰ ਵੰਗਾਰਦਾ ਰਿਹਾ। ਗੁਲਵੰਤ, ਤੇਰੇ ਬਜ਼ੁਰਗ ਭਾਈ ਤਾਰੂ ਸਿੰਘ ਨੂੰ ਕਦੇ ਚਰਖੜੀ ਚਾੜਿਆ ਸੀ। ਤਾਰੀਖ ਇਮਤਿਹਾਨ ਹੀ ਨਹੀਂ, ਕਈ ਵਾਰ ਬਦਲੇ ਵੀ ਲੈਂਦੀ ਹੈ। ਸਮਾਜੀ ਤਬਦੀਲੀ ਤਵੇ ਦੀ ਰੋਟੀ ਨਹੀਂ, ਜਿਸ ਨੂੰ ਪੋਟਿਆਂ ਦੇ ਭੋਰਾਂ ਜਿੰਨੇ ਸੇਕ ਨਾਲ ਪਲਟ ਲਿਆ ਜਾਵੇ। ਤੇਰੇ ਅੰਦਰਲੇ ਇੱਕ ਸੈੱਲ ਨੂੰ ਸੂਲੀ ਚੜ੍ਹਨਾ ਹੋਵੇਗਾ। ਤੇ ਸੂਲੀਆਂ ਦੀ ਕਤਾਰ ਫਰਾਂਸ ਦੇ ਇਨਕਲਾਬ ਦੀ ਗਿਲੋਟਿਨ ਵਾਂਗ ਲੰਮੀ ਹੀ ਲੰਮੀ ਸਮਝ। ਜੇ ਡੋਲਣਾ ਸੀ, ਸਮਾਜੀ ਇਸ਼ਕ ਦੇ ਰਾਹ ਨਹੀਂ ਪੈਣਾ ਸੀ। ਜ਼ੁਲਮ ਦਾ ਚੱਕਰ ਫਰਕਸੀਅਰ ਵੇਲੇ ਵੀ ਵਰਤਮਾਨ ਵਰਗਾ ਹੀ ਸੀ। ਇਮਾਨ ਛੱਡ ਜਾਂ ਸੂਲੀ ਚੜ੍ਹ। ਇਸ਼ਕ ਦੀ ਕਿਤਾਬ ਵਿੱਚ 2 ਰਾਹ ਨਹੀਂ ਲਿਖੇ। ਨਹੀਂ, ਮੈਂ ਹਰ ਆਫਤ ਨੂੰ ਮਰਦੇ ਮੁਜ਼ਾਹਦ ਵਾਂਗ ਲਲਕਾਰਾਂਗਾ। ਡੀਐਸਪੀ ਦੀ ਮੂਰਖਤਾ ਉੱਤੇ ਲਾਨਤ ਪਾ ਰਿਹਾ ਲਾਲ ਸਿੰਘ ਤਾਰੇ ਨੂੰ ਲਈ ਖਲੋਤਾ ਸੀ। ਤੁਸੀਂ ਸਾਨੂੰ ਕਸਾਈ ਨਾ ਬਣਾਓ। ਉਸ ਤਾਰੇ ਦੇ ਮੋਢੇ ਉੱਤੇ ਹੱਥ ਰੱਖ ਦਿੱਤਾ, ਜਿਸ ਵਿੱਚ ਨਾ ਮਾਤਰ ਹਮਦਰਦੀ ਸੀ। ਸਰਦਾਰ ਜੀ, ਤੁਸੀਂ ਖਲੋਤੇ ਹੀ ਅਜਿਹੀ ਥਾਂ ਹੋ। ਮੁੰਡਾ ਨਿਧੜਕ ਕਹਿ ਗਿਆ। ਤੁਸੀਂ ਸਾਨੂੰ ਮਾਰਨਾ ਏ ਤੇ ਅਸੀਂ ਮਰਨ ਲਈ ਤਿਆਰ ਹਾਂ। ਜੇ ਅਸੀਂ ਤੁਹਾਨੂੰ ਨਾ ਮਾਰੀਏ, ਫਿਰ ਤੁਹਾਨੂੰ ਕਸਾਈ ਨਹੀਂ ਕਿਸੇ ਆਖਣਾ। ਤੁਸੀਂ ਪੁਲਿਸ ਅਫਸਰ ਨਹੀਂ ਰਹਿਣਾ। ਚੁਗੱਤਿਆਂ ਦੇ ਰਾਜ ਵਿੱਚ ਜਲਾਦ ਦੀ ਮਰਜ਼ੀ ਨਹੀਂ ਹੁੰਦੀ ਸੀ ਕਿ ਉਹ ਬਾਗੀ ਨੂੰ ਕਤਲ ਕਰੇ, ਪਰ ਉਸ ਨੂੰ ਸਿਰ ਵੱਢਣਾ ਹੀ ਪੈਂਦਾ ਸੀ। ਉਸ ਨੂੰ ਤਨਖਾਹ ਹੀ ਜਲਾਦੀ ਦੀ ਦਿੱਤੀ ਜਾਂਦੀ ਸੀ। ਸ਼ਾਹੀ ਹੁਕਮ ਦੀ ਤਲਵਾਰ ਤੁਹਾਡੇ ਸਿਰ ਉੱਤੇ ਵੀ ਉਵੇਂ ਲਟਕ ਰਹੀ ਹੈ। ਤਾਰੇ ਨੇ ਥਾਣੇਦਾਰ ਨੇ ਊਂਦ ਬੰਦੋਲੀ ਜ਼ਮੀਰ ਨੂੰ ਕੰਨੋਂ ਫੜ ਕੇ ਖੜੀ ਕਰ ਲਿਆ। ਸਾਡੇ ਸਿਰ ਤਾਂ ਦੋਸ਼ ਕੋਈ ਨਹੀਂ। ਥਾਣੇਦਾਰ ਲਾਲ ਸਿੰਘ ਦਾ ਅੰਦਰ ਹਲੂਣਿਆ ਗਿਆ। ਤੁਸੀਂ ਬਰਾਬਰ ਦੇ ਗੁਨਾਹਗਾਰ ਹੋ। ਤਾਰਾ ਤਸੱਲੀ ਨਾਲ ਬੋਲ ਪਿਆ। ਤੁਸਾਂ ਪਾਪ ਦਾ ਰਾਹ ਚੁਣਿਆ, ਲੋਕਾਂ ਨਾਲ ਗਦਾਰੀ ਤੇ ਨਿੱਜੀ ਖੁਦਗਰਦੀ ਦਾ। ਪੁਰਾਣੇ ਜ਼ਮਾਨੇ ਵਿੱਚ ਅਫਸਰ ਬਾਦਸ਼ਾਹ ਦੀ ਸਹੁੰ ਖਾਂਦੇ ਸਨ। ਅੱਜ ਜਮਹੂਰੀਅਤ ਦੇ ਯੁੱਗ ਵਿੱਚ ਲੋਕਾਂ ਦੀ ਵਫਾਦਾਰੀ ਦੀ ਕਸਮ ਚੁੱਕੀ ਜਾਂਦੀ ਹੈ। ਸਹੁੰ ਲੋਕਾਂ ਦੀ ਸੇਵਾ ਕਰਨ ਦੀ ਚੁੱਕੋ, ਰਾਖੀ ਸਰਮਾਏਦਾਰੀ ਦੀ ਕਰੋ ਤੇ ਕਿਸਾਨਾਂ ਦੇ ਪੁੱਤਰਾਂ ਨੂੰ ਗੋਲੀਆਂ ਮਾਰੋ। ਤੁਹਾਡਾ ਹਾਲੇ ਦੋਸ਼ ਹੀ ਕੋਈ ਨਹੀਂ। ਲਾਲ ਸਿੰਘ ਨੂੰ ਅੰਦਰੋਂ ਕਾਂਬਾ ਛਿੜ ਪਿਆ ਤੇ ਬਾਹਰੋਂ ਪੀਲਾ ਪੈ ਗਿਆ। ਉਸ ਜਾਣ ਲਿਆ, ਹੋਰ ਬੈਂਸਿਆਂ ਤਾਂ ਸਿਪਾਹੀਆਂ ਸਾਹਮਣੇ ਛਿੱਥਾ ਪਵਾਂਗਾ। ਇਹ ਨੈਕਸਲਾਈਟ ਤਾਂ ਇੱਕੋ ਪੱਠੇ ਦੀਆਂ ਪੱਕੀਆਂ ਇੱਟਾਂ ਏ। ਹੱਥ ਲਾਇਆ
ਟੱਲੀ ਵਾਂਗ ਖੜਕਦੀਆਂ ਨੇ। ਸਾਡੇ ਵੱਸ ਨਹੀਂ ਭਰਾਵਾ, ਜਿਸ ਥਾਂ ਖਲੋਤੇ ਆ ਛੱਡ ਨਹੀਂ ਸਕਦੇ। ਬਾਲ ਬੱਚੜਦਾਰਾਂ ਉਸ ਆਪਣੇ ਵੱਲੋਂ ਹਥਿਆਰ ਸੁੱਟ ਦਿੱਤੇ। ਜਿਨ੍ਹਾਂ ਨੂੰ ਮਾਰਦੇ ਹੋ ਉਹਨਾਂ ਦੇ ਬੱਚੇ ਨਹੀਂ। ਮੇਰੇ ਆਪਣੇ ਹੰਸਾ ਵਰਗੇ ਦੋ ਲਾਲ ਹੈ। ਸੱਚ ਜਾਣੋ, ਜਿਸ ਦਿਨ ਦੇ ਹਥਿਆਰ ਚੁੱਕੇ ਐ ਉਹਨਾਂ ਦਾ ਮੂੰਹ ਨਹੀਂ ਵੇਖਿਆ, ਹੁਣ ਹਮੇਸ਼ਾ ਲਈ ਹੀ ਨਹੀਂ ਵੇਖਣਾ। ਤਾਰੇ ਦਾ ਮਨ ਇੱਕਦਮ ਬੱਚਿਆਂ ਦੇ ਮੂੰਹ ਨਾਲ ਭਰ ਆਇਆ। ਪਰ ਸਰਦਾਰ ਸਾਹਿਬ, ਅਸੀਂ ਸੱਚ ਲਈ ਲੜ ਰਹੇ ਹਾਂ। ਅਸੀਂ ਆਪਣੇ ਤੇ ਲੋਕਾਂ ਦੇ ਬੱਚਿਆਂ ਲਈ ਜੂਝ ਰਹੇ ਹਾਂ। ਸਾਨੂੰ ਕਤਲ ਕਰਕੇ ਆਪਣੇ ਬੱਚਿਆਂ ਵਿੱਚ ਬਹਿ ਕੇ ਸੋਚਣਾ ਅਸੀਂ ਕੀ ਹਾਂ ਤੇ ਤੁਸੀਂ ਕੀ ਹੋ। ਤਾਰਾ ਜਜ਼ਬਾਤ ਵਿੱਚ ਆਇਆ, ਆਪੇ ਨੂੰ ਘੁੱਟ ਗਿਆ। ਉਧਰ ਹਵਲਦਾਰ ਨੇ ਹਨੀਫ ਤੋਂ ਕੁਝ ਨਾ ਪੁੱਛਿਆ। ਉਹ ਡੀਐਸਪੀ ਤੋਂ ਫਰਕ ਨਾਲ ਸੀ। ਸਾਹਿਬ ਕਹਿ ਰਿਹਾ ਸੀ, ਇਹਦਾ ਹੱਥ ਗੰਨੇ ਵਾਂਗ ਪੀੜ ਦਿਓ। ਜਦੋਂ ਬੌੜੀਆਂ ਪਾਵੇ ਤੇ ਪੀਤੇ ਹੋਰਾਂ ਬਾਰੇ ਦੱਸੋ, ਉਦੋਂ ਰੋਕੋ। ਗੁਲਵੰਤ ਨੇ ਆਪਣਾ ਆਪ ਸਿੱਲ ਪੱਥਰ ਬਣਾ ਲਿਆ ਤੇ ਵਿਰੋਧਤਾ ਛੱਡ ਦਿੱਤੀ। ਸਿਪਾਹੀਆਂ ਉਹਦਾ ਹੱਥ ਵੇਲਣੇ ਵਿੱਚ ਅੜਾ ਕੇ ਗਾਂਧੀ ਫੇਰ ਦਿੱਤੀ। ਗਾਂਧੀ ਫੇਰਨ ਵੇਲੇ ਸਹਿਜ ਤੋਂ ਕੰਮ ਲੈ ਰਹੇ ਸਨ। ਅਵੱਲੀ ਪੀੜ ਨਾਲ ਉਹਨਾਂ ਦੇ ਰੌਂਗਟੇ ਖਲੋ ਗਏ ਸਨ। ਉਹ ਚਾਹੁੰਦੇ ਸਨ, ਜ਼ਾਲਮਾ ਕਹਿ ਦੇ ਸਾਨੂੰ ਬਲਦੀ ਦੇ ਬੁੱਥੇ ਕਿਉਂ ਦਿੰਨਾ ਏ, ਸਾਡੇ ਕੋਲੋਂ ਇਹ ਪਾਪ ਨਹੀਂ ਤੋ ਹੋਣਾ। ਉਹ ਗਾਂਧੀ ਫੇਰਨ ਤੋਂ ਛੁਟਕਾਰਾ ਪਾਇਆ ਚਾਹੁੰਦੇ ਸਨ। ਪਰ ਸਿਦਕੀ ਸੂਰਮੇ ਨੇ ਲੰਮੇ ਦੁੱਖਾਂ ਨੂੰ ਗੰਢ ਦੇ ਲਈ। ਥੱਕੇ ਵਾਲੀ ਰਾਤ ਵਿੱਚ ਉਹਦਾ ਮੱਥਾ ਮੁੜਕੇ ਵਿੱਚ ਚੋਪਿਆ। ਵੇਲਣੇ ਦੇ ਪ੍ਰਣਾਲੇ ਵਿੱਚੋਂ ਲਹੂ ਦੀ ਧਾਰ ਤੁਰ ਪਈ। ਗੁਲਵੰਤ ਦੇ ਸਾਰੇ ਰੋਮਾਂ ਰਾਹੀਂ ਬੌੜੀ ਦੇ ਫੁਆਰੇ ਫੁੱਟ ਨਿਕਲੇ। ਉਹਦਾ ਕਿੱਲ ਵਰਗਾ ਸਰੀਰ ਵਟਣੇ ਖਾਣ ਲੱਗਾ। ਸਾਰਾ ਹੱਥ ਤਲੀ ਤੱਕ ਪੀੜਿਆ ਗਿਆ। ਪ੍ਰਣਾਲੇ ਵਿੱਚ ਲਹੂ ਮਿੱਝ ਦੀ ਧਾਰ ਹੋਰ ਸੰਘਣੀ ਹੋ ਗਈ। ਡੀਐਸਪੀ ਬਰਾੜ ਦੀ 5 ਸੈੱਲ ਦੀ ਬੈਟਰੀ ਬੇਚੈਨੀ ਵਿੱਚ ਇੱਧਰ ਉੱਧਰ ਘੁੰਮ ਰਹੀ ਸੀ। ਮੁੰਡੇ ਦੇ ਮੁੜਕੇ ਭਰੇ ਮੂੰਹ ਨੂੰ ਵੇਖ ਕੇ ਉਹ ਫੁੰਕਾਰਿਆ, ਕਿਉਂ ਨੈਕਸਲਾਈਟ ਬਣਨਾ ਏ? ਬਰਾੜ ਦੀ ਲੂਣ ਦੀ ਲੱਪ ਗੁਲਵੰਤ ਦੇ ਫੱਟਾਂ ਵਿੱਚ ਪੀੜੋ ਪੀੜ ਉਤਰ ਗਈ। ਤਾਂ ਖਾਦਾ ਮਨ ਝੱਟ ਉੱਤਰ ਮੋੜਨਾ ਚਾਹੁੰਦਾ ਸੀ, ਪਰ ਦਰਦਾਂ ਮਾਰੀ ਜ਼ੁਬਾਨ ਨੇ ਉਸ ਦਾ ਸਾਥ ਨਾ ਦਿੱਤਾ। ਪਰ ਉਹਦੀਆਂ ਮੱਚਦੀਆਂ ਅੱਖਾਂ ਫਾਇਰ ਕਰ ਚੁੱਕੀ ਦੁਨਾਲੀ ਵਾਂਗ ਧੂੰਆਂ ਛੱਡ ਰਹੀਆਂ ਸਨ। ਉਹ ਇੱਕ ਕਸਾਈ ਤੇ ਕਰਪਟ ਅਫਸਰ ਅੱਗੇ ਬੇਵਸ ਨਹੀਂ ਹੋਣਾ ਚਾਹੁੰਦਾ ਸੀ, ਪਰ ਉਸਦਾ ਸਾਰਾ ਸਰੀਰ ਝੂਠਾ ਪੈ ਚੁੱਕਾ ਸੀ। ਨਟਾਲ ਹੋਇਆ ਉਹ ਇੱਕ ਪਾਸੇ ਨੂੰ ਲੁਟਕ ਗਿਆ। ਸਿਪਾਹੀਆਂ ਭੈਮਾਨ ਹੋ ਕੇ ਗਾਂਧੀ ਥਾਂ ਰੋਕ ਲਈ। ਇੱਕ ਪਲ ਦੀ ਖਾਮੋਸ਼ੀ ਪਿੱਛੋਂ ਉਹਨਾਂ ਸਾਹਿਬ ਦੇ ਹੁਕਮ ਦਾ ਇੰਤਜ਼ਾਰ ਕਰੇ ਬਿਨਾਂ ਪੁੱਠਾ ਗੇੜਾ ਦੇ ਕੇ ਚਿਥਲਿਆ ਹੱਥ ਬਾਹਰ ਕੱਢ ਲਿਆ। ਸਾਰਾ ਹੱਥ ਇੱਕ ਪੱਤੀ ਬਣਿਆ ਕੰਬੀ ਤੇ ਨੁਚੜੀ ਜਾ ਰਿਹਾ ਸੀ। ਹਵਲਦਾਰ ਦਾ ਪਸੀਜਿਆ ਮਨ ਚਾਹੁੰਦਾ ਸੀ ਵਿਚਾਰੇ ਨੂੰ ਛੇਤੀ ਗੋਲੀ ਮਾਰ ਦਿੱਤੀ ਜਾਵੇ। ਉਸ ਆਪਣੀ ਨੌਕਰੀ ਵਿੱਚ ਦੋਸ਼ੀਆਂ ਨੂੰ ਬੁਰੀ ਤਰ੍ਹਾਂ ਫਾਂਟ ਚਾੜੀ ਸੀ, ਪਰ ਇਸ ਤਰ੍ਹਾਂ ਦਾ ਗੈਰ ਕਾਨੂੰਨੀ ਤੇ ਅਣਮਨੁੱਖੀ ਵਰਤਾਅ ਉਸ ਕਦੇ ਸੁਣਿਆ ਨਹੀਂ ਸੀ ਤੇ ਤਾਰੀਖ ਵਿੱਚ ਕਦੇ ਪੜ੍ਹਿਆ ਨਹੀਂ ਸੀ। ਡੀਐਸਪੀ ਨਢਾਲ ਪਏ ਗੁਲਵੰਤ ਨੂੰ ਛੱਡ ਕੇ ਲਾਲ ਸਿੰਘ ਵੱਲ ਔਲਿਆ। ਉਹਦੇ ਕੰਨ ਵਿੱਚ ਆਖਣ ਲੱਗਾ, ਕੁਲਾੜੀ ਵਾਲੇ ਕੋਠੇ ਦਾ ਜਿੰਦਾ ਤੋੜ ਦਿਓ ਤੇ ਮੁਕਾਬਲਾ ਬਣਾ ਕੇ ਕੰਮ ਮੁੱਕਦਾ ਕਰੋ। ਉਹਦੀ ਚੁਸਤੀ ਸਿਪਾਹੀਆਂ ਦੇ ਰਵੱਈਏ ਨੂੰ ਤਾੜ ਗਈ ਸੀ। ਨਹੀਂ ਸਾਹਿਬ, ਐਨੀ ਕਾਹਲੀ ਨਾ ਕਰੋ। ਇਹ ਦੋਵੇਂ ਮੁੰਡੇ ਦਿਲ ਦੇ ਨਰਮ ਹਨ, ਜ਼ਰੂਰ ਕੁਝ ਪੱਲੇ ਪਾਉਣਗੇ। ਲਾਲ ਸਿੰਘ ਨੇ ਤਾਰੇ ਤੇ ਹਨੀਫ ਬਾਰੇ ਇੱਕ ਝੂਠੀ ਤਸੱਲੀ ਖੜੀ ਕਰ ਲਈ। ਅੱਜ ਦੀ ਰਾਤ ਵਰਗਾ ਮੌਕਾ ਹੱਥ ਨਹੀਂ ਆਉਣਾ। ਜਨਾਬ, ਮੇਰੇ ਤੇ ਭਰੋਸਾ ਕਰੋ। ਉਹ ਮੁੰਡਿਆਂ ਦਾ ਮਰਨਾ ਟਾਲਿਆ ਚਾਹੁੰਦਾ ਸੀ। ਸਿਰਫ ਇੱਕ ਦਿਨ ਦੀ ਮੌਲਤ। ਡੀਐਸਪੀ ਸਮਝਦਾ ਸੀ ਬਹੁਤੇ ਦਿਨ ਦੋਸ਼ੀਆਂ ਨੂੰ ਹਿਰਾਸਤ ਵਿੱਚ ਰੱਖਣਾ ਠੀਕ ਨਹੀਂ। ਖਿਆਲ ਹੈ ਇੱਕ ਦਿਨ ਵਿੱਚ ਹੀ ਸਭ ਕੁਝ ਬਕ ਦੇਣਗੇ। ਥਾਣੇਦਾਰ ਲੰਮਾ ਸਾਹ ਖਿੱਚ ਕੇ ਸ਼ਾਂਤ ਹੋ ਗਿਆ। ਉਸ ਮਨ ਬਣਾ ਲਿਆ, ਮੈਂ ਇਸ ਕਤਲਾਮ ਵਿੱਚ ਸ਼ਾਮਿਲ ਨਹੀਂ ਹੋਣਾ, ਭਾਵੇਂ ਕੋਈ ਬਹਾਨਾ ਲਾਉਣਾ ਪਵੇ। ਗੁਲਵੰਤ ਤੁਰਨ ਦੀ ਹਾਲਤ ਵਿੱਚ ਨਹੀਂ ਰਿਹਾ ਸੀ। ਧੂੰਹਿਆਂ ਲੀਕ ਨਾਲ ਲਹੂ ਵੀ ਚੋਂਦਾ ਸੀ। ਪੱਤਾ ਬਣਿਆ ਹੱਥ ਬੰਨਣ ਦੇ ਬਾਵਜੂਦ ਵਗੀ ਜਾ ਰਿਹਾ ਸੀ। ਸਿਪਾਹੀ ਭੇਜ ਕੇ ਟਰੱਕ ਮੌਕੇ ਉੱਤੇ ਲਿਆਂਦਾ ਗਿਆ।
ਟਰੱਕ ਤੇ ਜੀਪ ਦੇ ਸਟਾਰਟ ਹੋਣ ਨਾਲ ਕਾਲੀ ਸ਼ੋਕ ਦੀ ਰਾਤ ਹੋਰ ਭਿਆਨਕ ਹੋ ਗਈ। ਕੜਕੜਾਉਂਦੀ ਬਿਜਲੀ ਨੇ ਅੱਧਾ ਆਸਮਾਨ ਧੁੰਨੀ ਤੱਕ ਲੰਗਾਰ ਕੇ ਰੱਖ ਦਿੱਤਾ। ਧੰਨਵਾਦ ਜੀ। ਇਹ ਨਾਵਲ ਆਪ ਜੀ ਨੂੰ ਵਧੀਆ ਲੱਗਾ ਤਾਂ ਲਾਈਕ ਕਮੈਂਟ ਕਰਕੇ ਜ਼ਰੂਰ ਦੱਸਣਾ ਤੇ ਇਸੇ ਤਰ੍ਹਾਂ ਦੇ ਨਾਵਲ ਤੇ ਕਹਾਣੀਆਂ ਸੁਣਨ ਲਈ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਜੀ। ਧੰਨਵਾਦ ਜੀ।